ਹਾਂਜੀ ਗੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਵੀਰ, ਇਹਦਾ ਵੀ ਮੈਂ ਤੁਹਾਨੂੰ ਦੇ ਦੇਣਾ ਜਵਾਬ। ਮੈਂ ਕਹਿੰਦਾ ਜਿਹੜੀ ਮਰਜ਼ੀ ਗੱਲ ਲਿਆਉਣ, ਮੈਂ ਤੁਹਾਨੂੰ ਕੱਲੀ ਕੱਲੀ ਦਾ ਤਰਕ ਨਾਲ ਲੌਜੀਕਲੀ ਜਵਾਬ ਦਊਂਗਾ, ਔਰ ਜਿੱਥੇ ਨਾ ਹੋਇਆ ਉੱਥੇ ਹੱਥ ਬੰਨ੍ਹ ਕੇ ਕਹੂੰਗਾ ਵੀ ਹਾਂਜੀ ਆਹ ਗੱਲ ਜ਼ਰੂਰ ਠੀਕ ਹੈਗੀ ਹੈ। ਪਹਿਲੀ ਗੱਲ ਤਾਂ ਇਹ ਕਿ ਇਹ ਕਹਿੰਦੇ ਆ ਹੈਲਦੀ ਕੰਪੀਟੀਸ਼ਨ ਹੋਊਗਾ, ਵੀ ਜਦੋਂ ਜ਼ਿਆਦਾ ਜਣੇ ਖਰੀਦਣ ਵਾਲੇ ਹੋਣਗੇ ਉਦੋਂ ਜਿਹੜਾ ਹੈਗਾ ਫਾਇਦਾ ਹੋਊਗਾ। ਉਹ ਤੁਸੀਂ ਬਾਸਮਤੀ ਦੀ ਐਗਜ਼ਾਮਪਲ ਵੇਖੀ ਹੈ ਵੀ ਪਹਿਲਾਂ ਇੱਕੋ ਜਦੋਂ ਮੰਡੀ 'ਚ ਆਉਂਦੇ ਆ ਤਾਂ ਇੱਕੋ ਥਾਂ ਤੇ ਬਹਿ ਕੇ ਸਾਰੇ ਵਪਾਰੀ ਪਕੌੜੇ ਖਾਂਦੇ ਆ, ਚਾਹ ਪੀਂਦੇ ਆ, ਔਰ ਉਦੋਂ ਬਾਅਦ ਕਹਿੰਦੇ ਵੀ ਅੱਜ ਚੋਟੀ ਦਾ ਰੇਟ 2900 ਰੁਪਈਆ ਲਾਉਣਾ, ਇਦੋਂ ਵੱਧ ਨਹੀਂ। ਮੰਡੀਆਂ 'ਚ ਆਪਾਂ ਤਜਰਬਾ ਵੇਖਿਆ ਨਾ। ਦੂਜਾ, ਇੱਥੇ ਬਾਹਰ ਜਿਵੇਂ ਅੱਜ ਸਵੇਰੇ ਸਪੇਨ ਤੋਂ ਮੇਰੀ ਕਿਸੇ ਬੰਦੇ ਨੇ ਇੰਟਰਵਿਊ ਕੀਤੀ, ਤੇ ਉਹ ਇਹ ਗੱਲ ਕਰ ਰਿਹਾ ਸੀਗਾ ਇਸ ਮਸਲੇ ਦੀ ਵੀ ਸਾਡੇ ਬਾਹਰ ਕੰਪੀਟੀਸ਼ਨ ਹੈ ਤੈਅ ਕਰਕੇ। ਮੈਂ ਕਿਹਾ ਵੀ ਉੱਥੇ ਇਮਾਨਦਾਰੀ ਹੈ, ਉੱਥੇ ਸਰਕਾਰ ਦਾ ਜਿਹੜਾ ਚੂੜੀ ਕੱਸ ਕੇ ਰੱਖਦੀ ਹੈ ਸਰਕਾਰ, ਔਰ ਦੇਰ ਆਰ ਹਾਰਡ ਐਂਡ ਫਾਸਟ ਲਾਜ਼ ਐਂਡ ਪਨਿਸ਼ਮੈਂਟਸ ਕਿ ਜਿਹੜੇ ਬੰਦੇ ਕੋਈ ਵੀ ਗਲਤ ਗੈਰ ਕਾਨੂੰਨੀ ਕੰਮ ਕਰਦੇ ਆ। ਸੋ ਇੱਥੇ ਜਦੋਂ ਕੰਪਨੀਜ਼ ਆਉਣਗੀਆਂ ਤਾਂ ਉਹਨਾਂ ਉੱਤੇ ਕੋਈ ਚੈੱਕ ਹੀ ਨਹੀਂ ਹੈਗਾ ਕਿ ਤੁਸੀਂ ਜਿਹੜਾ ਹੈਗਾ ਕਿਸ ਰੇਟ ਤੇ ਚੀਜ਼ ਖਰੀਦਣੀ ਆ, ਔਰ ਕੋਈ ਮਾਪਦੰਡ ਨਹੀਂ ਉਸ ਆਰਡੀਨੈਂਸ ਦੇ ਵਿੱਚ ਵੀ ਜਿਹੜੀ ਚੰਗੀ ਫਸਲ ਆ ਉਹਦਾ ਕੀ ਮਾਪਦੰਡ ਹੋਊਗਾ, ਉਹਦਾ ਮੋਇਸਚਰ ਕੀ ਹੋਊਗਾ, ਉਹਦੀ ਜਿਹੜੀ ਸਾਫ਼ ਸਫਾਈ ਦਾ ਕੀ ਲੈਵਲ ਹੋਊਗਾ, ਉਹਦੇ ਬਾਰੇ ਕੋਈ ਤਰਕ ਹੀ ਨਹੀਂ ਹੈਗਾ। ਔਰ ਉਸ ਤੋਂ ਵੀ ਅਗਲੀ ਗੱਲ, ਜੇ ਇਹ ਇਮਾਨਦਾਰ ਆ ਤੇ ਇਹਨਾਂ ਨੇ ਇਹ ਉਹਦੇ 'ਚ ਕਲੌਜ਼ ਕਿਉਂ ਨਹੀਂ ਪਾਈ ਕਿ ਜੇ ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਹੋਊਗੀ ਪ੍ਰਾਈਵੇਟ ਪਲੇਅਰ ਤੋਂ ਜਾਂ ਉਹ ਬਾਣੀਏ ਤੋਂ, ਤਾਂ ਉਹ ਅਦਾਲਤ 'ਚ, ਹੁਣ ਆਪਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਆਪਾਂ ਜਾਂ ਪੁਲਿਸ ਕੋਲ ਜਾਂਦੇ ਜਾਂ ਪੰਚਾਇਤ ਕੋਲ ਜਾਂਦੇ ਆ ਜਾਂ ਆਪਦੇ ਐਮਐਲਏ ਮੰਤਰੀ ਕੋਲ ਜਾਂਦੇ, ਤੇ ਜਾਂ ਅਖੀਰ ਤੇ ਅਦਾਲਤ 'ਚ ਜਾਂਦੇ ਆ। ਉਹ ਐਕਟ ਦੇ ਵਿੱਚ ਹੀ ਇਹਨਾਂ ਨੇ ਲਿਖਿਆ ਵੀ ਤੁਸੀਂ ਅਦਾਲਤ ਨਹੀਂ ਜਾ ਸਕਦੇ। ਇੱਥੋਂ ਹੀ ਇਹਨਾਂ ਦੀ ਜਿਹੜੀ ਨੀਅਤ ਆ ਉਹਦਾ ਪਤਾ ਲੱਗ ਰਿਹਾ ਵੀ ਇਹ ਕਿੰਨਾ ਕੁ ਜਿਹੜਾ ਹੈਗਾ ਸਾਡਾ ਫਾਇਦਾ ਕਰਨਗੇ। ਔਰ ਇਹ ਜਿਹੜਾ ਇਹਨਾਂ ਦਾ ਮਾਡਲ ਆ ਉਹ ਬਿਹਾਰ 'ਚ ਤਾਂ 2006 ਤੋਂ ਲੈ ਕੇ ਜਿਹੜਾ ਫੇਲ ਹੋ ਚੁੱਕਾ ਹੁਣ ਤੱਕ, ਔਰ ਜਿਨ੍ਹਾਂ ਦੀ ਐਗਜ਼ਾਮਪਲ ਦਿੰਦੇ ਅਮਰੀਕਾ ਕੈਨੇਡਾ ਉੱਥੇ ਵੀ ਫੇਲ ਹੋ ਚੁੱਕਾ। ਸੋ ਜਿਹੜੀਆਂ ਉਹ ਕੰਪਨੀਆਂ ਆਉਣਗੀਆਂ ਉਹਦੇ ਵਿੱਚ ਮੰਨ ਲਓ ਕੰਪਨੀ ਨੇ, ਹੁਣ ਉਹ ਗੰਨੇ ਦੀ ਤੁਸੀਂ ਉਦਾਹਰਨ ਲੈ ਲਓ, ਉਹ ਕਹਿੰਦੇ ਜੇ ਗੰਨਾ ਪਹਿਲਾਂ ਵਜਾਉਂਦੀ ਹੈ ਨਾ ਮਿੱਲ ਵੀ ਇੰਨਾ ਬੀਜੋ ਤੇ ਅਸੀਂ ਖਰੀਦਾਂਗੇ, ਜੇ ਤਾਂ ਬਾਈ ਜੀ ਵੱਧ ਹੋ ਗਿਆ ਤੇ ਤੁਹਾਡਾ ਰੁਲਦਾ ਰਹਿੰਦਾ, ਜੇ ਤੁਹਾਡਾ ਮਾਸਾ ਘਟ ਗਿਆ ਤੇ ਫਿਰ ਤੁਹਾਨੂੰ ਜਿਹੜਾ ਹੈਗਾ ਜੁਰਮਾਨੇ ਠੋਕਣਗੇ। ਤੇ ਉਹਨਾਂ ਕੋਲੇ ਵਕੀਲਾਂ ਦੀ ਵੀ ਫੌਜ ਹੋਣੀ ਆ, ਉਹਨਾਂ ਕੋਲੇ ਸਰਕਾਰੀ ਸ਼ਹਿ ਵੀ ਆ, ਤੇ ਤੁਸੀਂ ਤਾਂ ਅਦਾਲਤ 'ਚ ਵੀ ਨਹੀਂ ਜਾ ਸਕਦੇ। ਗੁਰਿੰਦਰ ਵੀਰ, ਅਗੇਨ ਤੁਹਾਡਾ ਬੜਾ ਵਧੀਆ ਸਵਾਲ ਆ। ਬੈਬੂ ਵਾਲੀ ਬਾਈ ਜੀ ਕਹਾਣੀ ਮੁੱਕ ਜਾਣੀ ਹੈ। ਜਿਹੜਾ ਦੂਜਾ ਆਰਡੀਨੈਂਸ ਹੈ ਨਾ ਕੰਟਰੈਕਟ ਫਾਰਮਿੰਗ ਵਾਲਾ, ਜਿਹਦੇ 'ਚ ਇਹਨਾਂ ਨੇ ਜ਼ਮੀਨਾਂ ਠੇਕੇ ਤੇ ਲੈਣੀਆਂ, ਜਿਵੇਂ ਮੈਂ ਤੇ ਸੰਧੂ ਸਾਹਿਬ ਉੱਤੇ ਕਹਿ ਰਹੇ ਹਾਂ ਨਾ ਕਿ ਤੁਹਾਨੂੰ ਰੇਟ 1800 ਦੀ ਥਾਂ ਤੇ 2500 3000 ਮਿਲਣਾ, ਉਵੇਂ ਹੀ ਜਿਹੜੀ ਆਪਣੀ ਪੈਲੀ ਆ ਅੱਜ ਠੇਕਾ ਕਿੰਨਾ ਵਾ, 60000 70000 ਚੋਟੀ ਦੀ ਜ਼ਮੀਨ ਦਾ। ਬਾਣੀਆਂ ਆਊਗਾ ਲਾਲਾ ਕਾਰਪੋਰੇਟ, ਗੌਤਮ ਅਡਾਨੀ ਰਿਲਾਇੰਸ ਵਾਲੇ ਅਬਾਨੀ ਦਾ ਕੋਈ ਚੇਲਾ ਫੀਲਾ ਜਿਹੜਾ ਮੈਨੇਜਰ, ਤੁਹਾਨੂੰ ਕਹੂਗਾ ਬਾਈ ਜੀ ਵੀ 1.25 ਲੱਖ ਰੁਪਈਆ ਮਹੀਨੇ ਦਾ ਠੇਕਾ ਦੇਵਾਂਗੇ, ਸਾਲ ਦਾ 15 ਲੱਖ ਰੁਪਈਆ ਜਿਹੜਾ ਹੈਗਾ ਤੁਹਾਨੂੰ ਮਿਲੂਗਾ 15 ਕਿੱਲਿਆਂ ਦਾ, ਜਾਂ ਸੌਰੀ ਮੈਂ ਉਹਦੇ ਨਾਲ 12 ਨਾਲ ਗੁਣਾ ਕਰ ਗਿਆ। ਕਹਿਣ ਤੋਂ ਭਾਵ ਜੇ 10 ਏਕੜ ਜ਼ਮੀਨ ਹੈ ਤਾਂ ਤੁਹਾਨੂੰ ਮਿਲੂਗਾ ਜੀ 10 ਕਿੱਲਿਆਂ ਦਾ 10 ਲੱਖ, ਔਰ 25,000 ਉੱਤੇ ਲਾ ਲਓ ਤੁਸੀਂ, 2.5 ਲੱਖ ਉੱਤੇ, ਉਹੀ 12.5 ਲੱਖ ਰੁਪਈਆ। ਗੁਰਿੰਦਰ ਸੋਹਣੇ ਸੋਚਣਾ ਹੈ ਵੀ ਸਾਲਾ ਪੈਲੀ ਜੇ ਬੀਜਾਂਗੇ ਤੇ 70,000 ਦੀ ਤੁਸੀਂ ਚੋਟੀ ਦਾ ਲਾ ਲਓ, ਝੋਨਾ ਉਹ ਨਿਕਲਦਾ ਨਹੀਂ ਵੈਸੇ, 60 ਸੁੱਟ ਤੇ ਰਹਿ ਜਾਂਦਾ, ਇਹ 40,000 ਦੀ ਕਣ ਵੀ ਕੁੱਲ ਮਿਲਾ ਕੇ ਲੱਖ ਰੁਪਈਆ ਮਸਾਂ ਬਚਦਾ ਕਿੱਲੇ ਦਾ। ਤੇ ਭਕਾਈ ਵੀ ਸਾਰੀ ਧੁੱਪੇ ਖਪਦੇ ਆ, ਕਦੇ ਤਾਲ ਪੱਟਦੇ ਆ, ਕਦੇ ਰੇਹ ਪਾਉਂਦੇ ਆ, ਕਦੇ ਕੱਖ ਕੱਢਦੇ ਆ, ਕਦੇ ਟਰਾਲੀਆਂ ਭੰਨਦੇ ਆ, ਕਦੇ ਟਰੈਕਟਰ। ਵੀ ਜੱਟਾ ਘਰੇ ਤੇਰੇ 20 ਲੱਖ ਦੇ ਸੰਦ ਖੜੇ ਆ, ਟਰੈਕਟਰ ਵੇਚ, ਟਰਾਲੀ ਵੇਚ, 10 12 15 ਲੱਖ ਦੇ ਸੰਦ ਤਾਂ ਆਮ ਜ਼ਿਮੀਂਦਾਰ ਦੇ ਘਰੇ ਆ, ਜਿਹਦੇ ਕੋਲੇ ਵੱਡੇ ਸੰਦ ਰੂਟਾਵੇਟਰ ਐਪੀਸੀਡਰ ਨਹੀਂ ਵੀ ਹੈਗੇ, ਕਿਉਂਕਿ ਟਰਾਲੀ ਹਰ ਇੱਕ ਕੋਲੇ ਆ, ਟਰੈਕਟਰ ਆ, ਹੱਲਾਂ ਨੇ, ਤਵੀਆਂ ਨੇ, ਸੁਹਾਗਾ ਆ, ਕਿਰਾਇਆ ਜੰਦਰਾ ਲਾ ਲਓ, ਇਹ ਵੀ ਹੈਗੇ ਅਮੂਮਨ ਹੈ ਨਾ ਆਮ। ਸੋ ਤੁਸੀਂ ਕਹਿਣਾ ਵੀ ਗੱਲ ਵਾਕਈ ਠੀਕ ਹੈ, ਮੰਨ ਲਓ 10 ਕਿੱਲਿਆਂ ਵਾਲੇ ਜ਼ਿਮੀਂਦਾਰ ਦੇ ਸਿਰ ਤੇ 5 ਲੱਖ ਕਰਜ਼ਾ ਹੈ, ਔਰ ਉਹਨੇ ਕਹਿਣਾ ਵੀ ਯਾਰ ਮੈਨੂੰ ਤਾਂ ਕਿੰਨੇ ਪੈਸੇ ਵੱਧ ਮਿਲਦੇ, ਮੈਂ ਮੇਰਾ ਕਰਜ਼ਾ ਵੀ ਅੱਜ ਹੀ ਲੈਂਦਾ, ਨਾਲੇ ਮੈਂ ਕੋਈ ਹੋਰ ਕੰਮ ਕਰ ਲੂੰ, ਕੋਈ ਹੱਟੀ ਪਾ ਲੂੰ, ਕਿਤੇ ਨੌਕਰੀ ਕਰ ਲੂੰ, ਬਾਹਰ ਚਲਾ ਜੂੰ। ਬਾਈ ਜੀ 85% ਮਾਰਜਨਲ ਫਾਰਮਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਕੋਲ 5 ਕਿੱਲਿਆਂ ਤੋਂ ਘੱਟ ਜ਼ਮੀਨ ਆ, ਔਰ 5 ਕਿੱਲਿਆਂ ਵਾਲਾ ਹਰ ਬੰਦਾ ਦਬਾਊ ਹੈ। 5 ਕਿੱਲਿਆਂ ਵਾਲੇ ਨੂੰ ਠੇਕਾ ਕਿੰਨਾ ਬਣਦਾ, 60,000 ਦੇ ਹਿਸਾਬ ਨਾਲ 3,70,000 ਦੇ ਹਿਸਾਬ ਨਾਲ 3.5 ਲੱਖ, ਤੇ ਬਚ ਬਚਾ ਕੇ ਉਹਨੂੰ ਜਿਹੜਾ ਹੈਗਾ ਆਪ ਖੇਤੀ ਕਰਦਾ ਤਾਂ ਵੀ 3 ਲੱਖ ਰੁਪਈਆ ਮਸਾਂ ਬਚਦਾ ਸੀਜ਼ਨ ਦਾ। ਉਹਨੇ ਬਾਈ ਜੀ ਜ਼ਮੀਨ ਦੇਣੀ ਹੈ ਠੇਕੇ, ਜਦੋਂ ਅਗਲੇ ਨੂੰ 3.5 ਦੀ ਥਾਂ ਤੇ 6 ਲੱਖ ਮਿਲਿਆ। ਔਰ ਇਹਨਾਂ ਨੇ ਕੀ ਕਰਨਾ ਵੀ 85% ਜਿੰਨਾ ਵੀ ਮਾਰਜਨਲ ਫਾਰਮਰ ਆ ਸਾਰਿਆਂ ਨੇ ਪੈਲੀਆਂ ਠੇਕੇ ਤੇ ਦੇ ਦੇਣੀਆਂ, ਔਰ ਉਹ ਲੀਜ਼ ਪਤਾ ਕਿੰਨੇ ਚਿਰ ਦੀ ਕਰਨੀ ਉਹਨਾਂ ਨੇ, 10 ਸਾਲ ਦੀ, 15 ਸਾਲ ਦੀ। ਔਰ ਤੁਹਾਨੂੰ ਪਹਿਲਾਂ ਕਹਿਣਗੇ ਵੀ ਉਹਦੇ 'ਚ 10% ਹਰ ਸਾਲ ਵਧੂਗਾ। ਤੁਸੀਂ ਮੇਰੇ ਵਰਗਿਆਂ ਨੂੰ ਗਾਲਾਂ ਕੱਢੋਗੇ, ਯੂਨੀਅਨ ਵਾਲਿਆਂ ਨੂੰ, ਜਿਹੜੇ ਵੀ ਯਾਰ ਇਹ ਤਾਂ ਮੂਰਖ ਸੀ, ਸਾਨੂੰ ਸਾਲਾ 1.25 ਲੱਖ ਇਸ ਵਾਰੀ ਮਿਲਿਆ, ਔਰ 10% ਦੇ ਹਿਸਾਬ ਨਾਲ ਜਿਹੜਾ ਹੈਗਾ 10,000 ਅਗਲੇ ਸਾਲ ਫਿਰ ਵੱਧ ਜਾਣਾ। ਉਹ 2-3 ਸਾਲ ਉਵੇਂ ਵਧਾਉਣਗੇ ਵੀ, ਮੁੜ ਕੇ ਉਵੇਂ ਤੁਹਾਨੂੰ ਝੱਗਾ ਚੱਕਣਗੇ ਵੀ ਬਾਈ ਜੀ ਸਾਨੂੰ ਪੈ ਗਿਆ ਘਾਟਾ, ਅਸੀਂ ਜਿਹੜਾ ਠੇਕਾ ਵਾ ਤੁਹਾਨੂੰ ਦੇ ਸਕਦੇ 45,000 ਕਿੱਲੇ ਦਾ, ਤੁਸੀਂ ਮਾਰੋਗੇ ਚੀਕਾਂ, ਪਿਆ ਕਿਵੇਂ ਦੇ ਸਕਦੇ ਹਾਂ ਅਸੀਂ, ਕੇਸ ਕਰ ਦਿਆਂਗੇ ਤੁਹਾਡੇ ਤੇ। ਉਹਨੇ ਕਹਿਣਾ ਬਾਈ ਜੀ ਕਰੋ, ਜਿਹੜੇ ਕੰਟਰੈਕਟ ਤੇ ਤੁਹਾਡੇ ਤੋਂ ਸਾਈਨ ਕਰਾਇਆ ਉਹਦੇ 'ਚ ਲਿਖਿਆ ਹੋਇਆ
ਵੀ ਜੇ ਆਪਣਾ ਦੋਵਾਂ ਧਿਰਾਂ 'ਚ ਕੋਈ ਫਰਕ ਪੈਂਦਾ ਤੇ ਤੁਸੀਂ ਐਸਡੀਐਮ ਕੋਲੇ ਜਾ ਸਕਦੇ ਹੋ ਬਸ, ਜਾਂ ਡੀਸੀ ਕੋਲੇ ਜਾ ਸਕਦੇ ਹੋ। ਤੇ ਐਸਡੀਐਮ ਡੀਸੀ ਕੌਣ ਨੇ? ਇਹਨਾਂ ਦੇ। ਉਹਦੇ ਵਿੱਚ ਤਾਂ ਬਾਈ ਜੀ ਰਾਸ਼ਟਰਪਤੀ ਵੀ ਕੁਝ ਨਹੀਂ ਕਰ ਸਕਦਾ ਬਾਅਦ 'ਚ। ਸਿਵਲ ਕੋਰਟ 'ਚ ਜਾਣ ਦਾ ਤੁਹਾਡਾ ਹੱਕ ਹੀ ਖੋਹ ਲੈਣਾ ਹੈ। ਸੋ ਇਸ ਕਰਕੇ ਮੁੜ ਕੇ ਭਾਵੇਂ ਤੁਹਾਨੂੰ ਅਗਲਾ ਜਮਾਂ ਹੀ ਝੱਗਾ ਚੱਕ ਜਾਵੇ ਕਿ ਮੈਂ ਬਾਈ ਠੇਕਾ ਦਿੰਦਾ ਹੀ ਨਹੀਂ, ਸਾਨੂੰ ਤਾਂ ਘਾਟਾ ਪੈ ਗਿਆ, ਅਸੀਂ ਤਾਂ ਰੁਲ ਗਏ, ਔਰ ਜ਼ਮੀਨ ਵੀ ਨਹੀਂ ਤੁਹਾਡੀ ਛੱਡਣੀ ਕਿਉਂਕਿ 10 ਸਾਲ ਦਾ ਸਾਡਾ ਲੀਜ਼ ਕੀਤੀ ਹੋਈ ਹੈ। ਅਸੀਂ ਅੱਗੋਂ ਕੋਈ ਨਵੀਂ ਫਸਲ ਬੀਜਾਂਗੇ, ਕੋਈ ਨਵਾਂ ਪ੍ਰੋਜੈਕਟ ਲਾਵਾਂਗੇ। ਔਰ ਹੁਣ ਸਾਨੂੰ ਕੋਈ ਰੌਲਾ ਹੁੰਦਾ ਤੇ ਆਪਾਂ ਕਹਿੰਦੇ ਆ, ਜੇ ਮੰਨ ਲਓ ਠੇਕੇ ਵਾਲਾ ਇਦਾਂ ਕਵੇ ਵੀ ਜਾ ਓਏ ਮੈਂ ਨਹੀਂ ਤੇਰੀ ਪੈਲੀ ਛੱਡਦਾ, ਮੈਂ ਪਟਵਾਰੀ ਨਾਲ ਤਹਿਸੀਲਦਾਰ ਨਾਲ ਰਲ ਕੇ ਗਰਦੌਰੀਆਂ ਕਰਾ ਲਈਆਂ। ਬੰਦਾ ਕਹਿੰਦਾ ਹੋਰ ਮੇਰੇ ਕੋਲੇ ਫਿਰ ਕੁਝ ਨਹੀਂ, ਘਰੇ ਜੰਗਾਲ ਦੀ ਮਾਰੀ 12 ਬੋਰ ਤਾਂ ਪਈ ਆ ਵੀ ਫਾਇਰ ਮਾਰੂੰਗਾ ਚਿੱਤੜਾਂ ਦੇ। ਬਾਈ ਜੀ ਜਦੋਂ ਮੈਨੇਜਰ ਨੂੰ ਕਾਰਪੋਰੇਟ ਵਾਲੇ ਨੂੰ ਫਾਇਰ ਮਾਰਨ ਲੱਗੋਗੇ ਉਹਨੇ ਹੱਥ ਬੰਨ੍ਹ ਲੈਣੇ, ਕਹਿਣਾ ਬਾਈ ਜੀ ਮੈਂ ਤੇ ਆਪ ਹੁਕਮ ਦਾ ਘੁੱਗੂ ਆ ਤੁਹਾਡੇ ਵਰਗਾ, ਇਹ ਤਾਂ ਬੰਬਿਓਂ ਦਿੱਲੀੋਂ ਕੰਮ ਚੱਲਦਾ, ਉੱਥੇ ਜਾਓ ਤੇ ਜਾਂ ਅਦਾਲਤ ਚਲੇ ਜਾਓ। ਸੋ ਤੁਹਾਡੇ ਕੋਲੇ ਕੋਈ ਚਾਰਾ ਨਹੀਂ ਬਚਣਾ, ਸਿਰਫ ਤੇ ਸਿਰਫ ਅਸੀਂ ਬਣਨਾ ਦਿਹਾੜੀਦਾਰ। ਅਖੀਰ ਦੇ ਉੱਪਰ ਆਪਦੀਆਂ ਹੀ ਪੈਲੀਆਂ, ਆਪਦੀਆਂ ਜ਼ਮੀਨਾਂ ਦੇ ਵਿੱਚ ਅਗਲੇ ਭਾਵੇਂ ਤੁਹਾਡੀਆਂ ਖੂਹੀਆਂ ਪੂਰ ਦੇਣ, ਭਾਵੇਂ ਤੁਹਾਡੇ ਸਮਰਸੀਬਲ ਪੱਟ ਦੇਣ, ਭਾਵੇਂ ਕੁਝ ਵੀ। ਕਾਰਨ ਕੀ ਹੈ? ਪਹਿਲੇ ਸਾਲ 2 ਸਾਲ ਕੁਝ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਡਰ ਹੋਊਗਾ। ਜਦੋਂ ਹੁਣ ਤਾਂ ਲੋਕ ਇਕੱਠੇ ਨੇ, ਯੂਨੀਅਨਾਂ ਨੇ, ਕਈ ਕੁਛ ਆ। ਜਦੋਂ ਬਾਈ ਜੀ ਤੁਸੀਂ ਕਿਸੇ ਦੇ ਮਗਰ ਨਾ ਲੱਗੇ, ਅਗਲਿਆਂ ਵੀ ਤੁਹਾਡੇ ਮਗਰ ਨਹੀਂ ਲੱਗਣਾ। ਔਰ ਯੂਨੀਅਨ ਵਾਲਿਆਂ ਨੂੰ ਮਾਰ ਕੇ ਛਿੱਤਰ ਅੰਦਰ ਕਰਨਗੇ ਤੇ ਤੁਸੀਂ ਜ਼ਿਆਦਾ ਮਾਮੇ ਬਣਦੇ ਹੋ। ਇਟ ਵਿਲ ਬੀ ਕਾਈਂਡ ਆਫ ਡਿਕਟੇਟਰਸ਼ਿਪ ਐਂਡ ਅਜਾਰੇਦਾਰੀ ਜਿਹੜੀ ਹੈਗੀ ਉਹਨਾਂ ਦੀ ਹੋ ਜਾਣੀ ਹੈ। ਮਾਫੀ ਚਾਹੁੰਦਾ, ਗੱਲ ਲੰਮੀ ਹੋ ਗਈ, ਪਰ ਪੂਰੀ ਧਿਆਨ ਨਾਲ ਸੁਣਿਓ ਤੇ ਇਹਦੇ ਵਿੱਚੋਂ ਜੇ ਫਿਰ ਕੋਈ ਗੱਲ ਤੁਹਾਡੇ ਮਨ 'ਚ ਆਵੇ ਮੈਨੂੰ ਦੱਸਿਓ, ਮੈਂ ਤੁਹਾਨੂੰ ਡਿਟੇਲ 'ਚ ਫਿਰ ਸਮਝਾਊਂਗਾ। ਬਾਈ ਜੀ ਲੋੜ ਹੀ ਨਹੀਂ ਰਹਿਣੀ ਅਗਲਿਆਂ ਨੂੰ ਬੈ ਲੈਣ ਦੀ। ਤੁਸੀਂ ਚਾਹ ਦੇ ਵਿੱਚ, ਮਜਬੂਰੀ 'ਚ ਨਹੀਂ, ਚਾਹ ਦੇ ਵਿੱਚ ਠੇਕੇ ਦੇਣੀ ਆ ਆਪਾਂ 20-20 ਸਾਲਾਂ ਵਾਸਤੇ। ਔਰ ਉਹਦੇ ਨਾਲ ਇਕੱਲਾ ਜ਼ਿਮੀਂਦਾਰ ਨਹੀਂ ਮਰਨਾ, ਜਿਹੜੇ ਸ਼ਹਿਰ ਵਾਲੇ, ਕਰਿਆਨੇ ਵਾਲੇ, ਮਨਿਆਰੀ ਵਾਲੇ, ਉਹਨਾਂ ਨੂੰ ਵੀ ਛੱਡ ਦਿਓ ਇੱਕ ਵਾਰਾਂ ਤੁਸੀਂ। ਮੰਨ ਲਓ ਅੱਜ ਮੰਨ ਲਓ ਮੇਰਾ ਪਿੰਡ ਹੈ, ਮੇਰੇ ਪਿੰਡ ਦੇ ਵਿੱਚ ਜ਼ਿਆਦਾ ਨਹੀਂ ਤਾਂ 100 ਟਰੈਕਟਰ ਹੋਊਗਾ ਉਦਾਹਰਨ ਦੇ ਤੌਰ ਤੇ, ਮੋਟਾ ਮੋਟਾ, ਵੱਧ ਵੀ ਹੋ ਸਕਦਾ ਘੱਟ ਵੀ ਹੋ ਸਕਦਾ। 100 ਟਰੈਕਟਰ ਦੇ ਨਾਲ ਨਾਲ ਸਾਰੇ ਸੰਦ ਨੇ ਖੇਤੀ ਵਾਲੇ, ਟਰੈਕਟਰ, ਟਰਾਲੀਆਂ, ਰੂਟਾਵੇਟਰ ਤੋਂ ਲੈ ਕੇ ਤੇ ਜੋ ਜੰਦਰੇ ਕਿਰਾਏ, ਹੱਲਾਂ, ਤਵੀਆਂ, ਸੁਹਾਗੇ, ਔਰ ਤੂੜੀ ਵਾਲੀਆਂ ਮਸ਼ੀਨਾਂ, ਦੂਜੀਆਂ ਮਸ਼ੀਨਾਂ। ਔਰ ਉਹਦੇ ਨਾਲ ਸਾਡੇ ਪਿੰਡ 4-5 ਵਰਕਸ਼ਾਪਾਂ ਨੇ, ਵੱਡਾ ਪਿੰਡ ਹੈ। ਔਰ ਇਹਨਾਂ ਬੰਦਿਆਂ ਨੇ ਕੀ ਕਰਨਾ, ਆਪਦੇ ਵੱਡੇ ਵੱਡੇ ਹਜ਼ਾਰਾਂ ਹਾਰਸ ਪਾਵਰ ਦੇ ਟਰੈਕਟਰ ਲਿਆਉਣਗੇ ਜਿਹਦੇ ਪਿੱਛੇ 80-80 ਤਵੀਆਂ, 100-100 ਕਲਟੀਵੇਟਰ ਹੋਣਗੇ। ਆਪਦੇ ਬਾਈ ਜੀ ਯਾਰਡ ਹੋਣਗੇ, ਆਪਦੇ ਬਾਈ ਜੀ ਮਿਸਤਰੀ ਹੋਣਗੇ, ਆਪਦੀਆਂ ਬਾਈ ਜੀ ਵਰਕਸ਼ਾਪਾਂ ਹੋਣਗੀਆਂ। ਔਰ ਇਹਨਾਂ ਮਿਸਤਰੀਆਂ ਦਾ ਵੀ ਜਿਹੜਾ ਹੈਗਾ 5-5 ਲੱਖ ਦਾ, 6-6 ਲੱਖ ਦਾ ਜਿਹੜਾ ਉਧਾਰ ਹੋ ਜਾਂਦਾ ਨਾ ਸੀਜ਼ਨ ਦਾ, ਉਹਨਾਂ ਦੀ ਵੀ ਪੱਟੀ ਮੇਸ ਹੋ ਜਾਣੀ ਹੈ। ਕਹਿਣ ਤੋਂ ਭਾਵ ਸਾਰਾ ਜਿਹੜਾ ਮੈਂ ਕਹਿੰਦਾ ਨਾ ਕਿ ਸੱਭਿਆਚਾਰਕ, ਆਰਥਿਕ ਔਰ ਸਮਾਜਿਕ ਜਿਹੜਾ ਸਾਡਾ ਹੈਗਾ ਸਾਰਾ ਹੀ ਸਟਰਕਚਰ ਡਿਸਮੈਂਟਲ ਹੋ ਜਾਣਾ, ਢਹਿ ਢੇਰੀ ਹੋ ਜਾਣਾ। ਇਹ ਚਾਰ ਚਫੇਰਿਓਂ ਸੰਕਟ ਹੈ ਇਹ, ਇਹਨੂੰ ਸਮਝਣ ਦੀ ਲੋੜ ਹੈ। ਤਾਈਓ ਤਾਂ ਕਹਿੰਦੇ ਆ ਕਿ ਸਾਰਿਆਂ ਨੂੰ ਹੀ ਇਹਦੇ 'ਚ ਆਉਣਾ ਚਾਹੀਦਾ। ਖੇਤੀ ਇਕੱਲੀ ਨਹੀਂ ਖਤਮ ਹੋਣੀ, ਸਾਰਾ ਜੁਗਾੜ ਹੀ, ਜਿੰਨੇ ਆ ਪੈਸਟੀਸਾਈਡ ਵਾਲੇ, ਨਕਲੀ ਦਵਾਈਆਂ ਵੇਚਣ ਵਾਲੇ, ਜਿੰਨੇ ਆ ਖਾਦਾਂ, ਰੇਹਾਂ, ਸਪਰੇਆਂ ਵਾਲੇ, ਬੀਜਾਂ ਵਾਲੇ, ਸਾਰਾ ਕੁਝ ਹੀ ਖਤਮ। ਉਹਨਾਂ ਦੇ ਆਪਦੇ ਸੀਡ ਸਟੋਰ ਹੋਣਗੇ, ਆਪਦੇ ਸੀਡ ਪਲਾਂਟ ਹੋਣਗੇ। ਤੁਸੀਂ ਆਪਾਂ ਤਾਂ ਸਿਰਫ ਤੇ ਸਿਰਫ ਦਿਹਾੜੀ ਦੱਪਾ ਕਰਾਂਗੇ ਉਹਨਾਂ ਦੇ ਫਾਰਮਾਂ ਦੇ ਵਿੱਚ ਬਸ। ਤੇ ਜਾਂ ਉਹੀ ਜਿਹੜਾ ਬਾਹਰ ਵਾਲਾ ਵੀ ਹਿਜਰਤ ਕਰਕੇ ਤੇ ਬਾਹਰ ਚਲੇ ਜਾਓ। ਬਾਈ ਜੀ ਜੌਲ ਸਾਹਿਬ ਤੁਸੀਂ ਕਹਾਣੀ ਸਮਝੋ ਨਾ। ਮੈਂ ਜਿਵੇਂ ਦੱਸਿਆ ਕਿ 60,000 ਵਾਲੀ ਜ਼ਮੀਨ ਦਾ ਜਦੋਂ ਤੁਹਾਨੂੰ ਲੱਖ ਰੁਪਈਆ ਠੇਕਾ ਮਿਲਿਆ, ਕਹਿਣ ਤੋਂ ਭਾਵ ਤੁਸੀਂ ਇਹਦੇ ਮਗਰ ਇੱਕੋ ਇੱਕ ਨਿਸ਼ਾਨਾ ਸਮਝੋ। ਨਿਸ਼ਾਨਾ ਕੀ ਹੈ ਕਿ ਪੰਜਾਬ ਦੀ ਫਰਟਾਈਲ ਉਪਜਾਊ ਲੈਂਡ ਜਿਹੜੀ ਹੈਗੀ ਆ, ਉਹ ਸਾਰੀ ਕਾਰਪੋਰੇਟ ਨੇ ਆਪਦੇ ਕਬਜ਼ੇ ਹੇਠ ਲੈਣੀ ਆ ਔਰ ਆਪ ਹੀ ਉਹਦੇ ਤੇ ਕਲਟੀਵੇਸ਼ਨ ਕਰਨੀ ਹੈ। ਔਰ ਕਲਟੀਵੇਸ਼ਨ ਜਦੋਂ ਹੋਊਗੀ, ਉਹ ਆਹੀ ਸਾਨੂੰ ਕਹਿੰਦੇ ਆ ਨਾ ਕਿ ਪ੍ਰੋਡਕਸ਼ਨ ਵਧਾਓ ਜੀ, ਰੇਹਾਂ ਸਪਰੇਆਂ, ਇੱਥੇ ਆਪ ਜਿਹੜੀ ਆਰਗੈਨਿਕ ਖੇਤੀ ਟਾਈਪ ਕਰਿਆ ਕਰਨਗੇ। ਔਰ ਤੁਹਾਨੂੰ ਉਹੀ ਚੀਜ਼ ਜਿਹੜੀ ਤੁਹਾਡੀ ਕਣਕ ਨੂੰ ਕੋਈ 2000 ਨੂੰ ਨਹੀਂ ਪੁੱਛਦਾ, ਤੁਹਾਨੂੰ ਉਹੀ 4-4 ਹਜ਼ਾਰ, 5-5 ਹਜ਼ਾਰ ਨੂੰ। ਔਰ ਫਿਰ ਜਿਹੜਾ ਪਾਣੀ ਹੈ ਬਾਈ ਜੀ, ਗਰਾਊਂਡ ਵਾਟਰ, ਉਹ ਵੀ ਕੱਢ ਕੇ 100-100 ਰੁਪਏ ਲੀਟਰ ਆਉਣ ਵਾਲੇ ਟਾਈਮ ਦੇ ਵਿੱਚ, ਜਦੋਂ ਪਾਣੀ ਦੀ ਹੋਰ ਸਕਾਰਸਿਟੀ ਹੋਗੀ ਨਾ, ਵੇਚਿਆ ਕਰਨਗੇ। ਬੀਜ ਦੀ ਨੌਬਤ ਹੀ ਨਹੀਂ ਰਹਿਣੀ। ਜਦੋਂ ਮੰਨ ਲਓ ਆਪਾਂ ਨੂੰ 60,000 ਦੀ ਥਾਂ ਤੇ ਲੱਖ ਰੁਪਈਆ ਠੇਕਾ ਮਿਲਿਆ, ਤਾਂ ਬੰਦੇ ਤਾਂ ਹੁਣ ਹੀ ਨਹੀਂ ਸਮਝਦੇ ਪਏ। ਜਦੋਂ ਅਗਲਿਆਂ ਨੂੰ ਬਾਈ ਜੀ ਡਬਲ ਆਮਦਨ ਹੋ ਗਈ, ਮੰਨ ਲਓ ਉਦਾਹਰਨ ਦੇ ਤੌਰ ਤੇ ਜਿਵੇਂ ਮੈਂ ਦੱਸਿਆ ਕਿ 5 ਕਿੱਲਿਆਂ ਵਾਲੇ ਦਾ ਜੇ 2 ਲੱਖ ਕਰਜ਼ਾ ਉਹਦੇ ਸਿਰ, ਔਰ 5 ਸਾਲ ਹੋ ਗਏ 2 ਲੱਖ ਲੈਂਦਾ ਹੀ ਨਹੀਂ ਪਿਆ, ਬੈਕ ਟੂ ਬੈਕ ਵੱਧਦੀ ਜਾਂਦੀ ਵਿਆਜ। ਤੇ ਇੱਕੋ ਦਮ ਉਹਨੂੰ ਲੱਗਾ ਵੀ ਯਾਰ ਇੱਕੋ ਝਟਕੇ 'ਚ ਮੇਰਾ 2 ਲੱਖ ਕਰਜ਼ਾ ਵੀ ਲੈਂਦਾ, 2 ਲੱਖ ਮੇਰੇ ਕੋਲੇ ਬੱਚਤ ਵੀ ਹੁੰਦੀ ਆ, ਤਾਂ ਅਸੀਂ ਆਪਦੀਆਂ ਨਿੱਜੀ ਲੋੜਾਂ ਨੂੰ ਮੁੱਖ ਰੱਖ ਕੇ ਜ਼ਮੀਨ ਠੇਕੇ ਤੇ ਦੇ ਦੇਣੀ ਹੈ। ਔਰ ਜਿਹੜੇ ਵੱਡੇ ਬੰਦਿਆਂ ਨੂੰ ਵਹਿਮ ਹੈ, ਤੁਹਾਡੇ ਚੋਂ ਜੇ ਕੋਈ LPU ਗਿਆ ਹੋਵੇ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿਹੜੀ ਫਗਵਾੜੇ ਤੋਂ ਜਲੰਧਰ ਰੋਡ ਤੇ ਖੱਬੇ ਹੱਥ, ਉੱਥੇ ਇੱਕ ਬੰਦਾ ਅੜ ਗਿਆ ਸੀ ਬਾਈ ਜੀ, ਜੁਝਾਰੂ ਸਿੰਘ ਮਿੱਤਲ। ਉਹਨੂੰ ਕਹਿੰਦੇ ਵੀ ਜਿੰਨੇ ਮਰਜ਼ੀ ਖਾਲੀ ਚੈੱਕ ਲੈ ਲਾ ਤੇ ਭਰ ਲਾ, ਉਹ ਕਹਿੰਦਾ ਨਾ ਬਈ। ਔਰ ਤੁਹਾਨੂੰ ਤੰਗ ਪਰੇਸ਼ਾਨ ਕਰਨ ਦੇ ਇਹਨਾਂ ਕੋਲੇ 100 ਤਰੀਕੇ ਆ। ਉਹਦੇ ਤੇ ਚਲੋ ਘਰੇ ਦਾਣੇ ਪੱਕਦੇ, ਰੋਟੀ ਪੱਕਦੀ ਹੋਊਗੀ, ਔਰ ਉਹ ਵੜ ਗਿਆ। ਔਰ ਉਹਦੇ ਉੱਤੋਂ ਦੀ ਇਹਨਾਂ ਨੇ ਫਲਾਈਓਵਰ ਕੱਢਤਾ, ਕਈ ਕੁਛ ਕੀਤਾ, ਪਰ ਉਹਨੇ ਆਪਦੀ ਜ਼ਮੀਨ ਦਿੱਤੀ ਨਹੀਂ ਹਲੇ ਤੱਕ। ਪਰ ਇਸ ਮਸਲੇ ਦੇ ਵਿੱਚ ਕੀ ਹੈ ਬਾਈ ਜੀ, ਜਦੋਂ ਤੁਹਾਡੇ ਨਾਲ 500 ਏਕੜ ਦਾ, 1000 ਏਕੜ ਦਾ ਫਾਰਮ, ਕਿਉਂਕਿ ਉਹਨਾਂ ਨੇ ਇਹ ਗੱਲ ਅਸੈਸਮੈਂਟ ਕੀਤੀ ਹੈ ਵੀ 85% ਤਾਂ 5 ਕਿੱਲਿਆਂ ਵਾਲਾ ਵਾ,
ਔਰ 5 ਕਿੱਲਿਆਂ ਵਾਲੇ ਨੇ ਆਪਦਾ ਸੁੱਖ ਸਹੂਲਤ ਵੇਖਣ ਵਾਸਤੇ ਜ਼ਮੀਨ ਠੇਕੇ ਤੇ ਦੇਣੀ ਹੈ। ਉਹਦੇ ਨਾਲ ਜਿਹਦਾ ਕਿਸੇ ਦਾ ਸੰਧੂ ਸਾਹਿਬ ਵਰਗੇ ਦਾ 50 ਕਿੱਲਿਆਂ ਦਾ 100 ਕਿੱਲਿਆਂ ਦਾ ਟੱਕ ਆ, ਉਹ ਸਾਲ 6 ਮਹੀਨੇ ਅੜੂਗਾ। ਪਰ ਜਦੋਂ ਬਾਈ ਜੀ ਉਹਨਾਂ ਨੇ ਨਾਲ ਕੰਮ ਹੀ, ਮੰਨ ਲਓ ਸਪੋਜ਼ ਕਰੋ ਤੁਹਾਡਾ 20 ਕਿੱਲਿਆਂ ਦਾ ਪਲਾਟ ਆ, 10-10 ਕਿੱਲਿਆਂ ਦੀਆਂ 2 ਲਾਈਨਾਂ ਨੇ, ਉਹਦੇ ਨਾਲ ਅਗਲਿਆਂ ਨੇ ਥੱਲੇ 50 ਫੁੱਟ ਡੂੰਘਾ ਕੋਈ ਪੌਂਡ ਬਣਾ ਲਿਆ, ਕੋਈ ਹੋਰ ਸਿਸਟਮ ਕਰ ਲਿਆ, ਤਾਂ ਤੁਹਾਡੀ ਜ਼ਮੀਨ ਵਿੱਚ ਡਿੱਗਣੀ ਸ਼ੁਰੂ ਹੋ ਜਾਣੀ ਆ। ਪਰ ਤੁਸੀਂ ਰੋਕ ਨਹੀਂ ਸਕੋਗੇ, ਕਿਉਂਕਿ ਰੋਕੋਗੇ ਤਾਂ ਤੁਹਾਡੇ ਕੋਲੇ ਵੱਧ ਤੋਂ ਵੱਧ ਜਾਂ ਆਪਾਂ ਬੰਦੇ ਇਕੱਠੇ ਕਰ ਸਕਦੇ ਹਾਂ, ਜਾਂ ਗੋਲੀ ਚਲਾ ਸਕਦੇ ਹਾਂ, ਜਾਂ ਅਦਾਲਤ 'ਚ ਜਾ ਸਕਦੇ ਹਾਂ। ਇਹ ਤਿੰਨੇ ਚੀਜ਼ਾਂ ਤੁਹਾਡੇ ਤੋਂ ਅਗਲੇ ਨੇ ਖੋਹ ਲੈਣੀਆਂ। ਗੋਲੀ ਚਲਾਓਗੇ ਤਾਂ ਮੈਨੇਜਰ ਨੇ ਕਹਿਣਾ ਭਾਈ ਮੇਰੇ ਤੇ ਕਾਹਤੋਂ ਚਲਾਉਣਾ। ਦਿੱਲੀ ਬੰਬੇ ਉੱਥੇ ਬੈਠੇ ਨੇ ਸਾਹਿਬ ਗੌਤਮ ਅਡਾਨੀ, ਉਹਨਾਂ ਕੋਲ ਜਾ ਕੇ ਗੱਲ ਕਰੋ, ਜਾਂ ਮੇਰੇ ਤੋਂ ਉੱਪਰ ਏਰੀਆ ਮੈਨੇਜਰ ਆ, ਜਾਂ ਉਹਦੇ ਤੋਂ ਉੱਪਰ ਇੱਕ ਹੋਰ ਰੀਜਨਲ ਮੈਨੇਜਰ ਆ, ਉਹਦੇ ਨਾਲ ਗੱਲ ਕਰੋ। ਸੋ ਉਹ ਜਿਹੜੀ ਬੀਜਾਂ ਬੂਜਾਂ ਵਾਲੀ ਨੌਬਤ ਹੀ ਨਹੀਂ ਆਉਣੀ, ਕਿਉਂਕਿ ਇਹ ਦੋਵਾਂ ਆਰਡੀਨੈਂਸਾਂ ਨੂੰ ਇਕੱਠਾ ਦੇਖਣਾ ਪਊਗਾ ਸਾਨੂੰ, ਮੰਡੀ ਖਤਮ ਕਰਨ ਵਾਲੇ ਨੂੰ ਵੀ ਤੇ ਕੰਟਰੈਕਟ ਫਾਰਮਿੰਗ ਵਾਲੇ ਨੂੰ ਵੀ, ਕਿਉਂਕਿ ਉਹਨਾਂ ਕੋਲੇ ਪੂਰਾ ਅਮਲਾ ਫੈਲਾ ਹੋਣਾ, ਉਹਨਾਂ ਕੋਲੇ ਸਾਡੇ ਵਰਗੇ ਵਕੀਲਾਂ ਦੀ ਫੌਜ ਹੋਣੀ ਹੈ। ਔਰ ਅਸੀਂ ਕਿੱਥੋਂ, ਤੁਸੀਂ ਯਾਰ ਇਮੀਗ੍ਰੇਸ਼ਨ ਵਾਲਿਆਂ ਕੋਲੇ ਤੁਹਾਡਾ ਰੁਪਈਆ ਲੱਖ ਫਸ ਜਾਏ ਤੇ ਉਹ ਨਹੀਂ ਕਢਵਾ ਹੁੰਦਾ ਸਾਡੇ ਵਰਗੇ ਬੰਦਿਆਂ ਕੋਲੋਂ, ਤੇ ਇਹਨਾਂ ਨਾਲ ਲੜਾਈ ਅਸੀਂ ਕਿੱਥੋਂ ਲੜ ਲਾਂਗੇ। ਔਰ ਇਹ ਕੋਈ ਹਵਾ 'ਚ ਹਵਾਈ ਗੱਲਾਂ ਨਹੀਂ ਮੈਂ ਕਰ ਰਿਹਾ, ਪਰਮਾਤਮਾ ਕਰੇ ਵੀ ਇਹ ਡ੍ਰੌਪ ਹੋ ਜਾਣ, ਇੱਥੇ ਹੀ ਨਾ ਬਣਨ। ਜੇ ਅਨਫੋਰਚੂਨੇਟਲੀ ਮਾੜੀ ਕਿਸਮਤ ਨੂੰ ਬਣ ਗਏ ਤੇ ਆਪਾਂ ਆਪਣੀਆਂ ਅੱਖਾਂ ਨਾਲੇ ਸਾਰਾ ਕੁਝ ਦੇਖਾਂਗੇ। ਪੰਜਾਬੀ ਜਿਹਨੂੰ ਕਹਿੰਦੇ ਨਾ, ਘਸੁੰਨ ਦੇ ਰਹਾਂਗੇ ਅੱਖਾਂ 'ਚ। ਹੋਊਗੀ ਗੁਰਿੰਦਰ, ਉਹ ਦੇਖਣ ਨੂੰ ਬੜਾ ਸੋਹਣਾ ਸਾਫ਼ ਸੁਥਰਾ ਐਗਰੀਮੈਂਟ ਲੱਗੂਗਾ। ਕਿਸੇ ਵੀ ਵਕੀਲ ਨੂੰ, ਕਿਸੇ ਵੀ ਟੈਕਨੀਕਲ ਬੰਦੇ ਨੂੰ ਪੜ੍ਹਾਉਂਗੇ, ਉਹ ਕਹੂਗਾ ਹਾਂ ਹਾਂ ਬਿਲਕੁਲ ਠੀਕ ਆ, ਕਰਦੇ ਸਾਈਨ। ਪਰ ਪੰਗਾ ਆਇਆ ਨਾ, ਜਦੋਂ ਅਗਲੇ ਨੇ ਝੱਗਾ ਚੱਕਤਾ 2 ਸਾਲਾਂ ਬਾਅਦ, 3 ਸਾਲਾਂ ਬਾਅਦ, ਤਾਂ ਫੇਰ ਕਿੱਧਰ ਨੂੰ ਜਾਵਾਂਗੇ। ਸਿਵਲ ਕੋਰਟ 'ਚ ਜਾਣ ਦਾ ਤੁਹਾਡੇ ਤੋਂ ਹੱਕ ਖੋਲਿਆ, ਐਸਡੀਐਮ ਦੀ ਕੋਰਟ 'ਚ ਜਾ ਸਕਦੇ ਹਾਂ, ਤੇ ਐਸਡੀਐਮ ਕੋਰਟਾਂ ਦਾ ਹਾਲ ਆਪਾਂ ਵੇਖਿਆ ਹੀ ਹੈ। ਇਸ ਗੱਲ ਨੂੰ ਸਮਝੋ ਨਾ, ਲਿਖਤ 'ਚ ਤੁਹਾਨੂੰ ਸਾਰਾ ਕੁਝ ਦੇਣਗੇ ਕਿ ਤੁਹਾਡਾ 10% ਠੇਕਾ ਵੀ ਵਧਾਵਾਂਗੇ ਜੀ, ਤੁਹਾਨੂੰ ਹੋਰ ਸਹੂਲਤਾਂ, ਹੋ ਸਕਦਾ ਤੁਹਾਨੂੰ ਇਹ ਵੀ ਕਹਿਣ ਵੀ ਤੁਹਾਡੇ ਬੱਚਿਆਂ ਵਾਸਤੇ ਸਕੂਲ ਖੋਲ੍ਹ ਦਿਆਂਗੇ। ਮਤਲਬ ਜਿੱਦਾਂ ਕਲੋਨੀਅਲ ਰਾਜ ਆਇਆ ਸੀ ਨਾ, ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਸੀ, ਸਿੱਧਾ ਥੋੜਾ ਆ ਕੇ ਉਹ ਮਾਲਕ ਬਣ ਗਏ ਸੀ, ਐਂ ਹੀ ਬਣੇ ਸੀ ਨਾ ਸਾਡੇ ਵਰਗੇ ਝੁੱਡੂਆਂ ਨੂੰ। ਜਦੋਂ ਉਹਨਾਂ ਨੇ ਬੁੱਧੂ ਬਣਾਇਆ ਤੇ ਆਹ ਦੇਖੋ ਜੀ ਤੁਹਾਡੇ ਲਈ ਸਾਰੀਆਂ ਸਹੂਲਤਾਂ ਦੇ ਰਹੇ ਹਾਂ ਅਸੀਂ, ਉਵੇਂ ਹੀ ਇਹਨਾਂ ਨੇ ਤੁਹਾਨੂੰ ਸਹੂਲਤ। ਹੁਣ ਜਿਹੜੀ ਲੇਬਰ ਹੈ, 3 ਲੱਖ ਲੇਬਰ ਹੈ ਪੰਜਾਬ 'ਚ, ਲੇਬਰ ਨੂੰ ਪਹਿਲਾਂ ਦੇਣਗੇ 500-700 ਹਜ਼ਾਰ ਰੁਪਈਆ ਦਿਹਾੜੀ, ਉਹਨਾਂ ਦੇ ਜਵਾਕਾਂ ਵਾਸਤੇ ਹੋ ਸਕਦਾ ਸਕੂਲ ਵੀ ਖੋਲ੍ਹਣ, ਹੋ ਸਕਦਾ ਉਹਨਾਂ ਵਾਸਤੇ ਪੱਕੇ ਮਕਾਨ ਵੀ ਪਾ ਦੇਣ, ਜਿਹੜੇ ਸਰਪੰਚਾਂ ਤੇ ਸਰਕਾਰਾਂ ਤੋਂ ਹਲੇ ਤੱਕ ਨਹੀਂ ਪਾ ਕੇ ਦਿੱਤੇ ਗਏ। ਵੀ ਆਪਾਂ ਨੂੰ ਇਹਨਾਂ ਨੇ ਲੋਲੀਪੌਪ ਹੀ ਇਹੋ ਜਿਹੇ ਦੇਣੇ ਆ ਵੀ ਆਪਾਂ ਨੂੰ ਸਹੂਲਤਾਂ ਵੱਡੀਆਂ ਲੱਗਣੀਆਂ, ਔਰ ਆਪਾਂ ਇਹਨਾਂ ਸਹੂਲਤਾਂ ਦੇ ਕਰਕੇ ਉਧਰ ਨੂੰ ਖਿੱਚੇ ਤੁਰੇ ਜਾਣਾ ਵਾ, ਤੁਸੀਂ ਮੈਂ ਸਾਰਿਆਂ ਨੇ। ਪਰ 5 ਸਾਲਾਂ ਬਾਅਦ, ਜਿਵੇਂ ਤੁਸੀਂ ਜੀਓ ਵਾਲੀ ਐਗਜ਼ਾਮਪਲ ਦਿੱਤੀ ਨਾ, ਕਿ ਜਦੋਂ ਜੀਓ ਇਕੱਲਾ ਹੀ ਮੈਦਾਨ 'ਚ ਗੱਜਿਆ, ਜਦੋਂ ਲਾਲੇ ਨੇ ਤੁਹਾਡੇ ਤੋਂ 10 ਸਾਲਾਂ ਲਈ 20 ਸਾਲਾਂ ਲਈ ਲੀਜ਼ ਲਿਖਾ ਲਈ, ਆੜ੍ਹਤੀਏ ਤੁਹਾਡੇ ਖਤਮ ਹੋ ਗਏ, ਮੰਡੀਆਂ ਤੁਹਾਡੀਆਂ ਖਤਮ ਹੋ ਗਈਆਂ, ਜ਼ਮੀਨਾਂ ਤੁਹਾਡੀਆਂ ਲੀਜ਼ ਤੇ ਲੈ ਲਈਆਂ, ਫੇਰ ਤੁਹਾਨੂੰ ਜਿਹੜਾ ਹੈਗਾ ਉੱਪਰੋਂ ਫੜ ਲੈਣਗੇ ਛਾਂਟਾ। ਤੇ ਜਿਵੇਂ ਘੋੜਾ ਹੀ ਨਹੀਂ ਚੱਲਦੇ ਅੱਗੇ, ਜਾਂ ਬਲਦ, ਆਪਾਂ ਬਲਦ ਜਦੋਂ ਤੁਰਦੇ ਨਹੀਂ ਉਹਦੇ ਚੱਡਿਆਂ 'ਚ ਮਾਰਦੇ ਹਾਂ, ਜਦੋਂ ਪੱਠੇ ਪੁੱਠੇ, ਅੱਜ ਕੱਲ੍ਹ ਦਾ ਟਰੈਂਡ ਖਤਮ ਹੋ ਗਿਆ, ਪਹਿਲਾਂ ਜਾਂਦੇ ਸੀ ਲੈਣ ਤਾਂ ਉਹਦੇ ਚੱਡਿਆਂ 'ਚ ਬੁੱਢੇ ਪੁਰਾਣੇ ਮਾਰਦੇ ਹੁੰਦੇ ਸੀ ਡੰਡਾ, ਵੀ ਥੋੜਾ ਤੇਜ਼ ਤੁਰੂਗਾ। ਉਹ ਕੰਮ ਹੋਣਾ ਆਪਣੇ ਨਾਲ। ਬਾਈ ਜੀ ਤੁਸੀਂ ਦੇਖੋ, ਪਹਿਲਾਂ ਨਾ ਇਹ ਚੈੱਕ ਕਰਦੇ ਆ ਟੈਸਟ ਪਿੰਨ ਲਾ ਕੇ, ਜਿਹੜਾ ਹੈਗਾ ਵੀ ਲੋਕ ਵਿਰੋਧ ਕਰਦੇ ਹੈ ਜਾਂ ਕੀ ਹੈ। ਔਰ ਦੂਸਰਾ ਜਿਹੜਾ ਹੁਣ ਦੇਖੋ, ਬੀਜੇਪੀ ਗਵਰਨਮੈਂਟ ਐਡੀ ਕਮਲੀ ਆ, ਜਾਂ ਇਹ ਏਡੇ ਏਡੇ ਥਿੰਕ ਟੈਂਕ ਇਹਨਾਂ ਦੇ ਦਿਮਾਗ ਨੇ ਵੀ ਸਦਨ ਦੇ ਵਿੱਚ ਹੁਣ ਵੀ ਲਿਆ ਸਕਦੇ, ਸਿੱਧਾ ਟੇਬਲ ਕਰਕੇ ਤੇ ਇਹਨੂੰ ਪਾਸ ਕਰਾ ਲੈਂਦੇ। ਪਰ ਆਰਡੀਨੈਂਸ ਦਾ ਨਾਲ ਕੀ ਹੋਵੇ, ਇੱਕ ਵਾਰ ਇਹਨਾਂ ਨੇ ਦੇਖਿਆ ਵੀ ਹਾਂ ਆਰਡੀਨੈਂਸ ਲਿਆਓ ਜੀ ਜਰਾ ਕਿ ਲੋਕ 6 ਮਹੀਨੇ ਦੇਖਣਗੇ ਵੀ ਕਿੱਦਾਂ ਦਾ ਰਿਐਕਸ਼ਨ ਆਉਂਦਾ। ਹੁਣ ਆਲ ਓਵਰ ਥਰੂ ਆਊਟ ਦਾ ਸਟੇਟ ਜਿਹੜਾ ਹੈਗਾ ਰੌਲਾ ਪਿਆ ਹੋਇਆ। ਔਰ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਕਿ ਲੈ ਕੇ ਆਏ ਆ, ਉਹਦੇ ਨਾਲ ਜਿਵੇਂ ਹੁਣ ਸਾਈਲੋ ਖੁੱਲ੍ਹੇ ਆ ਇੱਥੇ ਟਗਰੂ ਫਾਟਕ ਦੇ ਨਾਲ, ਜਿਹੜੇ ਜਿੰਨੇ ਆੜ੍ਹਤੀਏ ਵੀ ਨੇ ਮੋਗੇ ਦੇ, ਉਹ ਸਾਰੇ ਫਸਲ ਉੱਥੇ ਵਿਕਾਉਂਦੇ ਆ। ਔਰ ਜ਼ਿਮੀਂਦਾਰ ਖੁਸ਼ ਨੇ, ਕਹਿੰਦਾ ਜੀ ਨਾ ਉਹ ਪੱਖਾ ਲਾਉਂਦੇ ਆ, ਨਾ ਘੁੰਡੀ ਕੱਢਦੇ ਆ, ਨਾ ਕੁਛ ਆ, ਤੇ ਸਿੱਧਾ ਜੇ ਟਰਾਲੀ ਲਾਈ ਦੀ ਆ ਜਾ ਕੇ ਤੇ ਨਾਲ ਹੀ ਨਗਦਨਾਮਾ ਕੈਸ਼ ਫੜਾ ਦਿੰਦੇ ਆ। ਸੋ ਉਵੇਂ ਇਹ ਜਿੰਨੀ ਵੀ ਡਿਵੈਲਪਮੈਂਟ ਹੋ ਰਹੀ ਹੈ ਨਾ ਇਸ ਦਿਸ਼ਾ ਦੇ ਵਿੱਚ, ਉਹ ਸਾਰੀ ਇਸੇ ਕੰਟੈਕਸਟ ਦੇ ਵਿੱਚ ਹੀ ਆ। ਕਿਉਂਕਿ ਜੇ ਤੁਹਾਡੇ ਆਪਣੇ ਗਰੁੱਪ 'ਚੋਂ ਕੋਈ ਬੰਦਾ MBA ਹੋਵੇ, ਤਾਂ ਉਹ ਉਹਨਾਂ ਦਾ ਕੰਮ ਕਰਨ ਦਾ ਢੰਗ ਹੀ ਹੈ ਵੀ ਜੇ ਮੰਗਣਾ ਵੀ ਹੈ ਨਾ, ਤਾਂ ਉਹ ਵੀ ਮੈਨੇਜਮੈਂਟ ਉਹਦੀ ਹੋਣੀ ਚਾਹੀਦੀ ਹੈ ਕਿ ਕਿੰਨੇ ਵਜੇ ਕਿਹੜੇ ਚੌਂਕ 'ਤੇ ਖੜ੍ਹ ਕੇ, ਕਿਹੜੇ ਕੱਪੜੇ ਪਾ ਕੇ, ਕਿਹੜੇ ਢੰਗ ਨਾਲ ਮਿਹਨਤ ਕਰਨੀ ਹੈ। ਉਵੇਂ ਹੀ ਉਹਨਾਂ ਨੇ ਪਹਿਲਾਂ ਬਲੂ ਪ੍ਰਿੰਟ ਆਪਦਾ ਚਾਰਟ ਬਣਾ ਕੇ ਉਹਨੂੰ ਕਾਗਜ਼ 'ਤੇ ਉਤਾਰ ਕੇ, ਉਸ ਤੋਂ ਬਾਅਦ ਉਹਨੂੰ ਜ਼ਮੀਨੀ ਪੱਧਰ 'ਤੇ ਲੈ ਕੇ ਆਉਣਾ। ਜ਼ਿਮੀਂਦਾਰ ਵਾਂਗੂ ਨਹੀਂ ਵੀ ਮਾਸੀ ਦੇ ਮੁੰਡੇ ਵੱਲ ਵੇਖ ਕੇ ਆਲੂ ਲਾ ਲਏ ਤੇ ਬਾਅਦ 'ਚ ਵਿਕੇ ਨਹੀਂ ਤੇ ਸੜਕ 'ਤੇ ਸੁੱਟ ਤੇ। ਤੁਹਾਡੀ ਫਸਲ ਜਿਹੜੀ ਹੈਗੀ ਅੱਜ ਰੁਲਦੀ ਹੈ ਇਹਨਾਂ ਖੇਤਾਂ ਦੇ ਵਿੱਚ ਹੀ, ਉਹ ਲਾ ਕੇ ਤੇ ਸਾਡੇ ਖੇਤਾਂ ਨੂੰ ਵਰਤ ਕੇ ਸਾਨੂੰ ਜਿਹੜਾ ਹੈਗਾ ਕੰਗਾਲ ਬਣਾਉਣਗੇ, ਔਰ ਸਾਡੇ 'ਤੇ ਚੌਧਰ ਕਰਨਗੇ।